भाई, जिस सिमरत सोख पाई है सब तिखा बुझाई। कर सेवा पार ब्रह्म गुर मुख रह मुकाई। सगल मनोरथ पुण्या अमरा पद पाई। खुद जेव तू है पार ब्रह्म नानक शरणाई। खुद जेव तू है पार ब्रह्म नानक शरणाई। सुकाहो कल गुर सेविया अहन सुसहज सुभाए। दर्शन फसे गुरु का जन्म मरण दुख गाय। पूरा सिफत खसुगी दूर हसों कुसों कटिया। खुद जिथे सच्चे पातशाह माल जन्म जन्मदी कटिया। खुद जिथे सच्चे पातशाह माल जन्म जन्मदी कटिया। सतनाम श्री वाहिगुरू साहिब जीओ। सोरठ महला पंजवा। अबनासी जीवन को दाता। सिमरत सब मन होई। गुण निधान भगतन को बरतन। फिरला पावै कोई। अबनासी जीवन को दाता। सिमरत सब मन होई। गुण निधान भगतन को बरतन। फिरला पावै कोई। मेरे मन जप गुर गोपाल प्रभ सोई। जाकी शरण पाया सिर पाइया। बाहुर दुख ना होई रहा। वट भागी साध संग प्राप्त। तिन भेदक जोर मत कोई। दिल की धूड़ नानक दास पाछै। दिल हर नाम हृदय कोई। वट भागी साध संग प्राप्त। तिन भेदक जोर मत कोई। दिल की धूड़ नानक दास पाछै। जिन हर नाम हृदय प्रोई। वाहिगुरू जी का खालसा वाहिगुरू जी की फतेह। दिल पीवो पाई अमृत नाम निधान है। दिल पीवो पाई अमृत नाम निधान है। दिल नाम निधान है। दिल पीवो पाई अमृत नाम निधान है। सुसाद सुनती आप सब संगत करता जो हो धन भागी हो शुभ कर्मा वाले हो। जो संक्रांत के दिहाड़े से जो साध संगत खालसे के वर्ग दिहाड़े से सब संगत गुरु चरणों में नतमस्तक हो करके साधु सच्चे पातशाह जी की अमृत बाणी को सरवण किया है। एक गल याद रखियो, जदों तो सृष्टि होंद विच आई है, जदों तो सृष्टि होंद विच आई है, जिहड़ा जीव पैदा किया थोड़ा जिहा ध्यान दिओ। जिहड़ा जीव पैदा किया मालिक ने सब की रोजी जिहड़ी पहलां लिखी है। रोजी जिहड़ी है पैदा करने तो पहला रोजी सास की बनाई है। ये रोजी का फिक्र नहीं होना चाहिए। देखो कोई 20 साल का हो गया, कोई 30 साल का हो गया, कोई 60 साल का, 50 साल का, कितने सालों का भी है, पर ये खा के ईटा होया है। साध संगत जी लंगर तैयार है, गुरु साहब कृपा करे उधर ध्यान ना दे लईए 15-20 मिनट, क्योंकि आप छकना साढ़े वास्ते
ਵੀ ਆਪਾਂ ਥੋੜਾ ਸਮਾਂ ਜਿੰਨਾ ਸਮਾਂ ਸਤਿਗੁਰੂ ਸਾਨੂੰ ਬਖਸ਼ਦੇ ਨੇ, ਕਿਉਂਕਿ ਇਹ ਆਤਮਾ ਦੀ ਜਿਹੜੀ ਖੁਰਾਕ ਹੋਰ ਹੈ, ਮਨ ਦੀ ਖੁਰਾਕ ਹੋਰ ਹੈ, ਕਾਣ ਦੀ ਖੁਰਾਕ ਇਹ ਵੀ ਜ਼ਰੂਰੀ ਹੈ, ਇਹ ਵੀ ਜ਼ਰੂਰੀ ਹੈ। ਜਿੱਥੇ ਆਪਾਂ ਇੰਨਾ ਚਿਰ ਆਨੰਦ ਮਾਣਿਆ, ਆਤਮਾ ਦੀ ਖੁਰਾਕ ਖਾਧੀ ਹੈ, ਉਸ ਸਮੇਂ ਵਿੱਚੋਂ ਥੋੜਾ ਸਮਾਂ ਆਪਾਂ ਹੋਰ ਆਤਮਾ ਦੀ ਆਤਮਾ ਦੀ ਖੁਰਾਕ ਆਪਾਂ ਸਾਥ ਛਕੀਏ। ਆਪਾਂ ਵਿਚਾਰ ਕਰਨ ਤੋਂ ਆਰੰਭ ਕਰਨ ਤੋਂ ਪਹਿਲਾਂ ਕੋਈ ਵੀ ਵਿਚਾਰ ਆਰੰਭ ਕਰਨੀ ਹੈ, ਕੋਈ ਕੀਰਤਨੀਆ ਆਉਂਦਾ ਹੈ, ਕੋਈ ਪ੍ਰਚਾਰਕ ਆਉਂਦਾ ਹੈ, ਕਦੇ ਪ੍ਰਚਾਰਕ ਕਦੇ ਕੀਰਤਨੀ ਆਉਂਦਾ, ਅਸੀਂ ਪੁੱਛਿਆ ਕਿ ਤੇਰਾ ਜੀਵਨ ਕਿਹੋ ਜਿਹਾ, ਕਿਸੇ ਨੇ ਪੁੱਛਿਆ, ਆਪਾਂ ਕੀ ਕਰਦੇ ਹਾਂ, ਬਾਣੀ ਸੁਣਦੇ ਹਾਂ, ਕੇਵਲ ਤੋਂ ਕੇਵਲ ਸ਼ਬਦ ਸੁਣਦੇ ਹਾਂ। ਕਦੇ ਕਿਸੇ ਦੱਸੋ ਕਿਸੇ ਵੀ ਜਾ ਕੇ ਕਿਸੇ ਸਮਾਗਮ ਵਿੱਚ ਜਦੋਂ ਤੁਸੀਂ ਬੈਠਦੇ ਹੋ, ਕਿਸੇ ਨੇ ਕਿਸੇ ਪ੍ਰਚਾਰਕ ਜਾਂ ਕਥਾਵਾਚਕ ਦਾ ਜੀਵਨ ਪੁੱਛਿਆ ਹੋਵੇ ਕਿ ਭਾਈ ਤੇਰਾ ਜੀਵਨ ਕਿਹੋ ਜਿਹਾ। ਸਿੱਖ ਦਾ ਕੇਵਲ ਪਿਆਰ ਹੈ ਬਾਣੀ ਨਾਲ, ਸ਼ਬਦ ਨਾਲ, ਉਹਨੇ ਕੇਵਲ ਸ਼ਬਦ ਸੁਣਨਾ। ਜੀਵਨ ਮਕਸਦ ਜੀਵਨ ਕੀ ਲੈਣਾ ਭਾਈ, ਅਸੀਂ ਆਪਣਾ ਜੀਵਨ ਬਣਾਉਣਾ ਹੈ। ਅਸੀਂ ਆਪਣੇ, ਜਦੋਂ ਮੈਂ ਕਈ ਵਾਰ ਬੇਨਤੀ ਕੀਤੀ, ਜਦੋਂ ਅਸੀਂ ਇੱਕ ਉਂਗਲ ਕਿਸੇ ਵੱਲ ਕਰਦੇ ਹਾਂ, ਤਿੰਨ ਉਂਗਲਾਂ ਆਪਣੇ ਵੱਲ ਹੁੰਦੀਆਂ, ਤੇ ਇਹ ਤਿੰਨ ਉਂਗਲਾਂ ਵੀ ਕਹਿੰਦੀਆਂ ਨੇ ਸੱਜਣਾ, ਜੇ ਤੂੰ ਕਿਸੇ ਵੱਲ ਉਂਗਲ ਕਰਦਾ ਆਪਣੇ ਜੀਵਨ ਵੱਲ ਝਾਤ ਮਾਰ, ਤੂੰ ਕਿੱਥੇ ਖਲੋਤਾ। ਇਸ ਕਰਕੇ ਸਾਧ ਸੰਗਤ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਂਝ ਵਿੱਚ ਹੈ ਗੁਣਾਂ ਕਿਹੜੀ, ਛਾਟ ਆਪ ਨੂੰ ਚੱਲੀ ਹੈ। ਸੋ ਸਾਧ ਸੰਗਤ ਜੀ ਵੈਸਾਖ ਦਾ ਮਹੀਨਾ ਆਰੰਭ ਹੋਇਆ, ਵੈਸਾਖ ਦਾ ਮਹੀਨਾ ਆਰੰਭ ਹੋਇਆ, ਤੇ ਮਹਾਰਾਜ ਜੀ ਕਹਿੰਦੇ ਵੈਸਾਖ ਧੀਰ ਨੂੰ ਕਿਉਂ ਵੱਢਿਆ, ਜਿੰਨਾ ਪ੍ਰੇਮ ਪਿਛੋ ਭਾਈ। ਵੈਸਾਖ ਦੇ ਮਹੀਨੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਕਿਵੇਂ ਪ੍ਰਮਾਤਮਾ ਤੋਂ ਸਾਧ ਸੰਗਤ ਸੀ ਵਾਂਝੀਆਂ, ਜਿਹੜੀਆਂ ਵੱਢ, ਇੱਥੋਂ ਸਾਧ ਕਈਆਂ ਨੇ ਅਰਥ ਕੀਤੇ ਵਿਦਵਾਨਾਂ ਨੇ ਵਾਢੀਆਂ ਬਹਿਣੀਆਂ, ਪਰ ਇੱਥੇ ਜਿਹੜਾ ਅਰਥ ਗੁਰੂ ਸਾਹਿਬ ਜੀ ਕਰਦੇ ਨੇ। ਸਾਡਾ ਇਤਿਹਾਸ ਬੜਾ ਵੱਡਾ ਹੈ ਸਾਧ ਸੰਗਤ ਜੀ, ਬਹੁਤ ਡੂੰਘਾ ਇਤਿਹਾਸ ਹੈ। ਜਿਹੜਾ ਸਾਧ ਸਤਿਗੁਰੂ ਨੇ ਸਾਨੂੰ ਇਤਿਹਾਸ ਬਖਸ਼ਿਆ ਨਾ, ਇਹ ਸਿੱਖ ਦੇ ਜੀਵਨ ਵਿੱਚ ਨਵੀਨਤਾ ਲੈ ਕੇ ਆਇਆ। ਵਿਸਾਖੀ ਦਾ ਦਿਹਾੜਾ ਸਿੱਖ ਦੇ ਜੀਵਨ ਵਿੱਚ ਨਵੀਨਤਾ ਲੈ ਕੇ ਆਇਆ, ਪ੍ਰਾਪਤਤਾ ਨੂੰ ਖਤਮ ਕਰਦਾ ਹੈ। ਆਪਾਂ ਇਸ ਮਹੀਨੇ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਸਾਧ ਸੰਗਤ ਦੀ ਨਾਲ ਆਪਾਂ ਇਤਿਹਾਸ ਨੂੰ ਥੋੜਾ ਜਿਹਾ ਖੋਲੀਏ। ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਧ ਸੰਗਤ ਜੀ ਕਰਤਾਰਪੁਰ ਦੀ ਧਰਤੀ ਤੋਂ ਚੱਲੇ ਆ, ਉਸ ਵੇਲੇ ਉਦਾਸੀ ਦੀ ਪਰੰਪਰਾ ਕੀਤੀ ਹੈ, ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਨੂੰ ਕਰਤਾਰਪੁਰ ਦੀ ਧਰਤੀ ਤੋਂ ਉਦਾਸੀ ਦੀ ਪਰੰਪਰਾ ਕੀਤੀ ਹੈ। ਇਤਿਹਾਸ ਕਹਿੰਦਾ ਹੈ ਜੀਵਾਂ ਦੀ ਕਲਿਆਣ ਵਾਸਤੇ, ਸੜਦੇ ਬਲਦੇ ਸੰਸਾਰ ਨੂੰ ਠਾਰਨ ਵਾਸਤੇ ਜਦੋਂ ਸਤਿਗੁਰੂ ਜੀ ਨੇ ਕਦਮ ਪੁੱਟਿਆ, ਤੇ ਉਸ ਦਿਨ ਵੀ ਵੈਸਾਖੀ ਦਾ ਦਿਹਾੜਾ ਸੀ। ਉਸ ਦਿਨ ਵੀ ਵੈਸਾਖੀ ਦਾ ਦਿਹਾੜਾ ਸੀ। ਤੇ ਭਾਈ ਗੁਰਦਾਸ ਜੀ ਕਹਿੰਦੇ ਤੇ ਬਾਬਾ ਦੇਖਿਆ ਧਿਆਨ ਕਰ, ਜਲਦੀ ਸਭ ਪ੍ਰਿਥਵੀ ਦਿਸਾਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਇੱਕ ਚੜਿਆ ਸੋਧਣ ਧਰਤ ਲੁਕਾਈ। ਜਾਂ ਸਾਧ ਸੰਗਤ ਜੀ ਸ਼ਬਦ ਨਾਲ ਸੋਧਿਆ, ਪਹਿਲੇ ਜਾਮੇ ਵਿੱਚ ਧਿਆਨ ਦਿਓ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਨਾਲ ਲੁਕਾਈ ਨੂੰ ਸੋਧਿਆ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ 10ਵੇਂ ਜਾਮੇ ਵਿੱਚ ਸਾਧ ਸੰਗਤ ਜੀ ਮਹਾਰਾਜ ਜੀ ਆਏ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਧ ਜੀ ਸ਼ਸਤਰ ਨਾਲ ਸੋਧਿਆ। ਜਿੱਥੇ ਸ਼ਬਦ ਦੇ ਨਾਲ ਸੋਧਿਆ, ਕਿ ਸਾਧ ਸੰਗਤ ਜੀ ਸ਼ਬਦ ਨਾਲ ਨਹੀਂ ਕੋਈ ਸਾਧ ਸੰਗਤ ਸੋਧ ਰਿਹਾ, ਫਿਰ ਸ਼ਸਤਰ ਵੀ ਉਹਨਾਂ ਨੇ ਕਿਹਾ ਕਿ ਚੁੱਕਣਾ ਜਾਇਜ਼ ਹੈ। ਇਸ ਕਰਕੇ ਸ਼ਬਦ ਜਿਹੜਾ ਹੈ ਆਰੰਭ ਹੈ, ਸ਼ਬਦ ਜਿਹੜਾ ਹੈ ਮੁੱਢ ਹੈ, ਸ਼ਬਦ ਨਾਲ ਅਸੀਂ ਜੁੜਨਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਧ ਸੰਗਤ ਸ਼ਬਦ ਦਾ ਉਪਦੇਸ਼ ਦਿੱਤਾ ਹੈ, ਸ਼ਬਦ ਨੂੰ ਕਮਾਇਆ ਹੈ, ਸ਼ਬਦ ਦੀ ਗੱਲ ਸਾਰੀ ਕੀਤੀ ਹੈ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਉਦਾਸੀ ਦੀ ਆਰੰਭਤਾ ਕਰਦੇ ਨੇ, ਉਸ ਵੇਲੇ ਵੀ ਸਾਧ ਸੰਗਤ ਦੀ ਵਿਸਾਖੀ ਦਾ ਦਿਹਾੜਾ ਹੈ। ਫਿਰ ਜਦੋਂ ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਰਿਦੁਆਰ ਪਹੁੰਚਦੇ ਆ, ਤੇ ਭਰਮਗੜ੍ਹ ਨੂੰ ਤੋੜਿਆ, ਭਰਮਾਂ ਦੇ ਵਿੱਚੋਂ ਅਸਾਂ ਲੋਕਾਂ ਨੂੰ ਕੱਢਿਆ। ਉਹ ਲੋਕ ਸਾਧ ਸੰਗਤ ਜੀ ਗੰਗਾ ਵਿੱਚ ਖਲੋ ਕੇ ਜਿਹੜੇ ਸੂਰਜ ਵੱਲ ਨੂੰ ਮੁੱਖ ਕਰਕੇ ਚੜ੍ਹਦੇ ਪਾਸੇ ਨੂੰ ਪਾਣੀ ਪਾਉਂਦੇ ਪਏ ਨੇ, ਤੇ ਕਹਿੰਦੇ ਨੇ ਇਹ ਪਾਣੀ ਸਾਡੇ ਪਿਤਰਾਂ ਨੂੰ ਜਾਂਦਾ ਪਿਆ, ਸਾਡੇ ਪਿਤਰਾਂ ਨੂੰ ਪਾਣੀ ਪਹੁੰਚਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਧਰ ਨੂੰ ਪਿੱਠ ਕਰਕੇ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਲਹਿੰਦੇ ਪਾਸੇ ਨੂੰ, ਕਰਤਾਰਪੁਰ ਦੀ ਧਰਤੀ ਵੱਲ ਨੂੰ ਸਾਧ ਸੰਗਤ ਜੀ ਆਪਣੇ ਲਹਿੰਦੇ ਪਾਸੇ ਨੂੰ ਪਾਣੀ ਪਾਉਣ ਲੱਗ ਪਏ, ਇੱਧਰ ਨੂੰ ਮੁੱਖ ਕਰਕੇ। ਤੇ ਉਸ ਵੇਲੇ ਪੁੱਛਿਆ ਉਹਨਾਂ ਨੇ ਸਾਧ ਸੰਗਤ ਜੀ ਪੰਡਤਾਂ ਨੇ, ਕਹਿੰਦੇ ਨੇ ਉਹਨਾਂ ਲੋਕਾਂ ਨੇ ਪੁੱਛਿਆ ਕਿ ਤੁਸੀਂ ਪਾਣੀ ਕਿੱਧਰ ਪਾ ਰਹੇ ਹੋ, ਇੱਧਰ ਦੀ ਮਰਿਆਦਾ ਨਹੀਂ। ਕਹਿੰਦੇ ਇੱਧਰ ਦੀ ਕੀ ਮਰਿਆਦਾ, ਇੱਧਰ ਦੀ ਮਰਿਆਦਾ ਸਮਝਾ ਦਿਓ। ਕਹਿੰਦੇ ਅਸੀਂ ਪਿਤਰਾਂ ਨੂੰ ਪਾਣੀ ਪਾਉਂਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ
ਜੇ ਇਸ ਤਰੀਕੇ ਦੇ ਨਾਲ ਪਿਤਰਾਂ ਨੂੰ ਪਾਣੀ ਨਹੀਂ ਪਹੁੰਚਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਐਡੀ ਦੂਰ ਤੁਹਾਡਾ ਪਾਣੀ ਜਿਹੜਾ ਕਰਤਾਰਪੁਰ ਦੀ ਧਰਤੀ ਤੇ ਚਲੇ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕਰੋੜਾਂ ਮੀਲ ਦੂਰ ਤੁਹਾਡੇ ਪਿਤਰਾਂ ਤੱਕ ਪਾਣੀ ਪਹੁੰਚ ਜਾਂਦਾ ਹੈ ਤੇ ਕਰਤਾਰਪੁਰ ਤੱਕ ਬਹੁਤੀ ਦੂਰ ਨਹੀਂ ਹੈ, ਤੇ ਥੋੜੀ ਲਾਗੀ ਹੈ, ਉਹਦੇ ਕੁਝ ਵੀ ਦੂਰ ਨਹੀਂ ਪੈਂਦਾ। ਇਸ ਕਰਕੇ ਉਹਦੇ ਬਹੁਤ ਨੇੜੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਕਰਤਾਰਪੁਰ ਪਾਣੀ ਪਾ ਰਹੇ ਹਾਂ। ਕਹਿਣ ਤੋਂ ਮੁਰਾਦ ਇਹ ਹੈ ਉਹਨਾਂ ਨੂੰ ਸਮਝਾਉਣ ਵਾਸਤੇ ਭਾਈ ਇਹਨਾਂ ਭਰਮ ਕਾਂਡਾਂ ਦੇ ਵਿੱਚੋਂ ਨਿਕਲੋ, ਭਰਮਾਂ ਦੇ ਵਿੱਚੋਂ ਨਿਕਲ ਕੇ ਸ਼ਬਦ ਨਾਲ ਜੁੜੋ, ਗੁਰੂ ਨਾਲ ਜੁੜੋ, ਬਾਣੀ ਨਾਲ ਜੁੜੋ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਲੋਕਾਂ ਨੂੰ ਭਰਮਾਂ ਦੇ ਵਿੱਚੋਂ ਕੱਢਿਆ ਤੇ ਉਸ ਦਿਨ ਵੀ ਸਾਧ ਦੀ ਵਿਸਾਖੀ ਦਾ ਦਿਹਾੜਾ ਸੀ। ਫਿਰ ਅੱਗੇ ਚਲੋ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਆਮਦ ਹੁੰਦੀ ਹੈ ਤੇ ਸਾਧ ਸੰਗਤ ਬਾਬਾ ਤੇਗ ਭਾਣ ਜੀ ਪਿਤਾ ਜੀ ਦੇ ਗ੍ਰਹਿ ਵਿਖੇ ਆਉਂਦੇ ਨੇ ਪਿੰਡ ਬਾਸਰਕੇ ਵਿਖੇ। ਤੇ ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ, ਜਿਸ ਦਿਨ ਗੋਇੰਦਵਾਲ ਸਾਹਿਬ ਉਸਤਾਦ ਸਿੰਘ ਬੌਲੀ ਸਾਹਿਬ ਦਾ ਕਰ ਪੁੱਟਿਆ ਤੇ ਉਸ ਵੇਲੇ ਕਾਰੀਗਰਾਂ ਨੇ ਬੜਾ ਜ਼ੋਰ ਲਾਇਆ, ਪਰ ਉਹ ਸਾਥ ਗੱਲ ਨਹੀਂ ਬਣੀ। ਜਦੋਂ ਕਰ ਨੂੰ ਤੋੜਨਾ ਸੀ ਤੇ ਇੱਕ ਸਾਥ ਆਪਣਾ ਉੱਥੇ ਆਪਾ ਸਮਰਪਣ ਕਰਕੇ ਤੋੜਿਆ ਜਾਂਦਾ ਸੀ, ਆਪਾ ਵਾਰ ਕੇ ਕਰ ਨੂੰ ਤੋੜਿਆ ਜਾਂਦਾ ਸੀ। ਹੁਣ ਇਹ ਜਿਹੜਾ ਬਲੀਦਾਨ ਕੌਣ ਕਰ ਸਕਦਾ ਹੈ, ਇਹ ਕੁਰਬਾਨੀ ਕੌਣ ਸਾਧ ਸੰਗਤ ਕਰ ਸਕਦਾ ਹੈ? ਇਹ ਕੇਵਲ ਤੋਂ ਕੇਵਲ ਗੁਰੂ ਦਾ ਸਿੱਖ ਕਰ ਸਕਦਾ ਹੈ। ਉਸ ਵੇਲੇ ਕਹਿੰਦੇ ਮਾਨਕ ਚੰਦ ਨਾਮ ਦਾ ਗੁਰੂ ਦਾ ਸਿੱਖ ਪਿਆਰ ਵਾਲਾ ਆਇਆ। ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਨਾ ਤੇ ਹਥੌੜਾ ਲੈ ਕੇ ਤੇ ਕਹਿੰਦੇ ਬੌਲੀ ਵਿੱਚ ਵੜ ਗਿਆ। ਕਾਰੀਗਰ ਕਹਿੰਦੇ ਨੇ ਵੀ ਇਹ ਜਿਹੜਾ ਕਰ ਪੁੱਟ ਗਿਆ ਨਾ, ਇਹਦਾ ਪ੍ਰੈਸ਼ਰ ਇੰਨਾ ਤੇਜ਼ ਹੈ, ਕਹਿੰਦੇ ਨੇ ਜੇ ਫਸ ਕੇ ਇੰਨਾ ਪਾਣੀ ਨਹੀਂ ਪੂਰਾ, ਇਹ ਮੁਸ਼ਕਲ ਹੈ। ਇਸ ਨੇ ਜਿਹੜਾ ਤੋੜ ਗਿਆ ਕਾਰ ਦੇ ਵਿੱਚ ਰਹਿ ਸਕਦਾ ਹੈ, ਇਹ ਬੌਲੀ ਦੇ ਵਿੱਚ ਰਹਿ ਸਕਦਾ ਹੈ, ਮੁਸ਼ਕਲ ਹੈ ਇਹਦਾ ਬਚਣਾ। ਤੇ ਸਾਧ ਸੰਗਤ ਜੀ ਉਸ ਵੇਲੇ ਮਾਨਕ ਚੰਦ ਕਹਿੰਦਾ ਹੈ ਵੀ ਜੇ ਮੈਂ ਇਸ ਬੌਲੀ ਸਾਹਿਬ ਵਿੱਚ ਡੁੱਬ ਜਾਵਾਂਗਾ, ਦੁਨੀਆ ਦੀ ਨਿਗਾਹ ਵਿੱਚ ਮੈਂ ਡੁੱਬ ਜਾਵਾਂਗਾ, ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿਗਾਹ ਵਿੱਚ ਮੇਰੀ ਮੁਕਤ ਪੈ ਜਾਏਗੀ, ਮੇਰੀ ਕਦਰ ਹੋ ਜਾਏਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਮੈਨੂੰ ਭਵ ਸਾਗਰ ਤੋਂ ਉਤਾਰ ਦੇਣਗੇ। ਮੈਂ ਇਸ ਪਾਣੀ ਵਿੱਚ ਡੁੱਬ ਕੇ ਜੇ ਕਹਿੰਦੇ ਮੈਂ ਆਪਣਾ ਬਲੀਦਾਨ ਦੇ ਦੇਵਾਂਗਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਨਗੇ, ਮੈਨੂੰ ਇਸ ਭਵ ਸਾਗਰ ਤੋਂ ਉਤਾਰ ਦੇਣਗੇ। ਉਹ ਸਮਰੱਥ ਸਤਿਗੁਰੂ ਨੇ ਇਤਨਾ ਪਿਆਰ ਹੋਵੇਗਾ ਮਾਨਕ ਚੰਦ ਦਾ ਕਿ ਇਹਨੇ ਬੜੀ ਸਿੱਖ ਸਵਾਰੀ ਕੀਤੀ ਹੈ ਕਿ ਮਾਨਕ ਚੰਦ ਜੀ ਦੀ ਸਾਸੂ ਦੀ ਮਾਤਾ ਬੁੱਢੀ ਮਾਤਾ ਆਈ ਹੈ। ਆ ਕੇ ਉਸਨੇ ਸਾਸੂ ਦੀ ਬੁੱਢੀ ਮਾਤਾ ਨੇ ਕਹਿਣਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਮਾਨਕ ਚੰਦ ਡੁੱਬ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਐ ਮਾਤਾ ਇਹ ਤੂੰ ਕੀ ਕਹਿਣੀ ਹੈ? ਮਾਨਕ ਕਦੇ ਡੁੱਬਿਆ ਕਰਦੇ ਨੇ, ਡੁੱਬਿਆ ਤੇ ਪੱਥਰ ਕਰਦੇ ਨੇ, ਮਾਨਕ ਕਦੇ ਡੁੱਬਿਆ ਨਹੀਂ ਕਰਦਾ। ਜਿਹੜਾ ਮਾਨਕ ਹੈ ਉਹ ਤੇ ਐਸਾ ਮਾਨਕ ਬਣ ਗਿਆ, ਇਸ ਸ਼ਕਤੀਆਂ ਦਾ ਮਾਨਕ ਬਣ ਗਿਆ, ਉਹ ਡੁੱਬਿਆਂ ਨੂੰ ਤਾਰਨ ਵਾਲਾ ਹੈ। ਉਹ ਤੇ ਕਹਿੰਦੇ ਨੇ ਲੱਖਾਂ ਕਹਿੰਦੇ ਨੇ ਜਿਹੜੇ ਭਵ ਸਾਗਰ ਤੋਂ ਡੁੱਬੇ ਨੇ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਤਾਰਨ ਵਾਲਾ ਮਾਨਕ ਚੰਦ ਬਣ ਗਿਆ, ਉਹ ਗੁਰੂ ਦਾ ਲਾਲ ਬਣ ਗਿਆ ਹੈ। ਸਾਧ ਸੰਗਤ ਜੀ ਇਹ ਸਾਡੀ ਤਵਾਰੀਖ, ਸਿੱਖ ਤਵਾਰੀਖ ਹੈ। ਅੱਗੇ ਚੱਲੋ, ਇਤਿਹਾਸ ਜਦੋਂ ਕਹਿੰਦੇ ਨੇ, ਜਦੋਂ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਦੇ ਹਾਂ, ਜਿੱਥੇ ਕਦੇ ਸਮਾਂ ਸੀ, ਸਾਧ ਸੰਗਤ ਜੀ ਪਿੰਗਲ ਬੀਬੀ ਰਜਨੀ ਜੀ ਦਾ ਇਤਿਹਾਸ ਪੜ੍ਹਦੇ ਹਾਂ। ਬੀਬੀ ਰਜਨੀ ਜੀ ਆਪਣੀ ਪਤੀ ਦੇ ਨਾਲ, ਪਿੰਗਲਾ ਹੈ, ਕੋੜੀ ਹੈ, ਕੋੜ ਦਾ ਭਾਵੇਂ ਰੋਗ ਹੈ ਤੇ ਅੰਦਰ ਸ਼ਰਧਾ ਹੈ, ਅੰਦਰ ਭਾਵਨਾ ਹੈ, ਗੁਰੂ ਦੇ ਪ੍ਰਤੀ ਇੰਨਾ ਭਰੋਸਾ ਹੈ ਕਿ ਗੁਰੂ ਨੇ ਇਹ ਰੋਗ ਦੂਰ ਕਰਨਾ ਹੈ। ਗੁਰੂ ਸਾਡਾ ਤਾਣਵੀ ਰੋਗ ਦੂਰ ਕਰੂਗਾ, ਤਾਣ ਦਾ ਰੋਗ ਵੀ ਦੂਰ ਕਰੂਗਾ, ਮਨ ਦਾ ਰੋਗ ਵੀ ਦੂਰ ਕਰੂਗਾ। ਉਸ ਵੇਲੇ ਕਹਿੰਦੇ ਨੇ ਉਸ ਬੇੜੀ ਥੱਲੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਸਾਧ ਸੰਗਤ ਜੀ ਉਹ ਪਿੰਗਲਾ ਜਿਹੜਾ ਸੀ ਉਹ ਤੰਦਰੁਸਤ ਹੋ ਗਿਆ, ਤਾਣ ਤੇ ਮਨ ਅਰੋਗ ਹੋ ਗਿਆ। ਜਿਹੜੇ ਭਰੋਸੇ ਵਾਲੇ ਨੇ, ਭਾਵਨਾ ਵਾਲੇ ਨੇ, ਅੱਜ ਵੀ ਭਾਵਨਾ ਰੱਖਦੇ ਨੇ, ਅੱਜ ਵੀ ਭਰੋਸਾ ਰੱਖਦੇ ਨੇ। ਗੱਲ ਭਾਵਨਾ ਦੀ ਹੈ ਗੁਰੂ ਪਿਆਰਿਓ, ਜਿਨ੍ਹਾਂ ਨੇ ਗੁਰੂ ਦੇ ਉੱਤੇ ਭਰੋਸਾ ਬਣਾਇਆ, ਭਾਵਨਾ ਬਣਾਈ, ਅੱਜ ਵੀ ਲੋਕ ਬੱਚੇ ਦੂਰ ਹੁੰਦੇ ਨੇ। ਬੜੇ ਜਿਨ੍ਹਾਂ ਨੂੰ ਡਾਕਟਰ ਨੂੰ ਜਵਾਬ ਦੇ ਦਿੰਦੇ ਨੇ ਤੇ ਸਾਧ ਸੰਗਤ ਦੀ ਜਦੋਂ ਭਾਵਨਾ ਬਣ ਜਾਂਦੀ ਹੈ, ਭਰੋਸਾ ਬਣ ਜਾਂਦਾ ਹੈ ਤੇ ਜਦੋਂ ਉਹ ਉੱਥੇ ਡੁਬਕੀ ਲਾ ਲੈਂਦੇ ਨੇ ਤਾਂ ਉਹਨਾਂ ਦੇ ਰੋਗ ਕੱਟੇ ਜਾਂਦੇ ਨੇ। ਇੱਥੇ ਬਸ ਨਹੀਂ,
साध संगत जी बड़ा लंबा इतिहास है। जे मैं ये सुनाउण ते आवां तो मेरा ख्याल कहता है कि 1 घंटा तो सानूं ये गल्लां वास्ते चाहिए इतिहास को सुनाउण वास्ते, पर आपां कोल इन्ना समा नहीं है। आओ साध संगत जी आपां विचार करिए महीने दी। सतगुर सच्चे पातशाह जी कहते ने आपां जपजी साहब जी की 8वीं पौड़ी पढ़ते हैं, जपजी साहब जी की, ते महाराज जी कहते जग पहारा धीच सुनियार अहरन मत वेद हथियार भाओ खला अगन तप ताओ भांडा पाओ अमृत ढाल। साध संगत जी घड़िया शब्द सच्ची टकसाल। आपां इस विचार नाल जुड़िए जिथे सतगुर सच्चे पातशाह जी ने साध संगत जी साडी गल कीती है नवीनता दी। जिथे साध संगत प्राथमिकता खत्म हुंदी है नवीनता शुरू हुंदी है। नवीनता सतगुर ते जन्मे गवन मटाया। इत्थे साध संगत जी गुरु घर विच जदों आपां खंडे बाटे दा अंम੍ਰਿਤ छक लैंदे आ और छक लैंदे आ ते साध संगत जी फिर इस घर विच सिख नूं दाखला मिल जांदा है। ते मेरे सतगुर सच्चे पातशाह जी फिर देखो आप जी ने सुनिया ही है पहला कि महाराज जी ने कितना मान खालसा बख्शिया, खालसा मेरो रूप है खास, खास से मैं हूं करूं निवास। इथों तक कह दिता सतगुरु खालसा मेरा सज्जन सूरा, सतगुर मेरा खालसा पूरा। इस प्रकार साध संगत जी के गुरु की बड़ियाई है, नाम की उपमा है। कहते महाराज सच्चे पातशाह जी जग पहारा धीरज सुनियार। साध संगत जी कहते ने इस तरह जी दुकान है हट्टी जी है उच्चे आचरण वाली हट्टी होनी चाहिए है। जग पहारा सुनियारे वीर की उदाहरण दी सतगुरां ने कहते ने जिवें सुनियारे अंदर धीरज है तेरे अंदर इस तरह धीरज होना चाहिए है। जदों वो साध संगत गहना घटदा है सोने नूं घटदा है। जग पहारा धीरज सुनियार अहरन मत वेद हथियार। अहरन वर्गी तेरी मत होनी चाहिए है ते कहते ने जेड़ा तेरे कोल हथियार है वो ज्ञान का होना चाहिए है। वेद हथियार भाओ खला अमन का बताओ। महाराज सच्चे पातशाह जी कहते धूकनी है तेरे कोल भाओ सास की खला ओदी होनी चाहिए है ते तेरे अंदर जेड़ा तप है जप तप ते सास की अगन होनी चाहिए है। जप ते तप दी अगन होनी चाहिए है। भाओ खला अगन तप ताओ भांडा पाओ अमृत ढाल। इस तरीके दे नाल साध संगत जी अमृत विच पाया जाता है। महाराज सच्चे पातशाह जी बख्शिश करते ने भाई वैसाख धीर क्यों वाटिया जिन्ना प्रेम पिछो हो हर साजन पुरख विसार कै लगी माया को। साध संगत जी कहते ने सज्जन परमात्मा परमेश्वर वाहिगुरू विसर गया ते माया जिहड़ी है ओदे वल खिंच पै गई जी लगी माया को। फिर कहते ने ऐ जीव पुत्र कलतर ना संग धना हर अविनाशी हो। तेरे नाल पुत्र निभन वाला नहीं, तेरे नाल कलतर स्त्री निभन वाली नहीं, ना तेरे नाल धन निभना है। पुत्र कलतर ना संग धना हर अविनाशी हो। वो जेड़ा सास जी कदे भी नाश होने वाला नहीं अविनाशी वो परमात्मा परमेश्वर वाहिगुरू आपा हुक्मनामा साहिब श्रवण कीता ना अविनाशी जीवन को दाता। वो आप नाशवंत सास जी नहीं है, वो नाशवंत नहीं है ते जीवन की पालना करने वाला है। जीवन को दाता सिमरत सामल कोई ओदा सिमरन करने दे नाल मल लैंदी है। मैं साग धीर क्यों वाटिया कहते ने वो जीव रूपी स्त्री किवें सास जी प्रभु परमात्मा को विसर के जीवती सास जी को चैन ना रह सकती है। वो किवें धीरज कर सकती है जिस जीव रूपी स्त्री दा प्रभु परमात्मा दे चरणां नाल विछोड़ा पै गया। जड़ा सास जी ध्यान नाल देखो इसनूं गौर नाल विचार के देखो। कोयल बोलदी है ते कोयल दी जेहड़ी आवाज सुनदे आ उथों सास जी वेख के ओदी आवाज नूं अनुभव कीता महापुरख ने भगत फरीद जी ने ते फरीद जी कहंदे काली कोयल कित गुण काली ते अगों सास जी जवाब की मिलदा अपने प्रीतम के हम बिरह गावे। जिन्हां नूं बिरह दा विछोड़ा है विछोड़े के अंदर काम हुंदी है वो सास जी इस गल नूं जाणदे ने। वो सास जी मैं कई बार ये गल कहना कि जिन्हों इस गल दे विच जिन्हें रस चखिया ही नहीं आनंद चखिया ही नहीं उन्होंने इस बात का की पता है। इस करके महाराज सच्चे पातशाह जी रहमत करन जिन्हां ते बख्शिश करन सतगुर सच्चे पातशाह जी भाई इस आनंद नूं कोही सास जी मंगदे ने इस रस नूं कोही माणदे ने दूजा नहीं मान सकदा। गुरु गरीब का सतगुर सच्चे पातशाह जी कहते ने वैसाख धीर क्यों वाटिया जिन्ना प्रेम पिछो हर साजन पुरख विसार कै लगी माया को। पुत्र कलतर ना संग धना हर अविनाशी हो। पलच पलच सगली मोई पलच पलच नु भाव है कि ये सास माया विच खचत हो के
सगली हुई सारी सृष्टि जीव जड़े मरते हैं झूठे धंधे मोह झूठे धंधे नाल मोह पिया होया है। एक सहार के नाम बिन याद रखियो। ये सास संगति विसाख का महीना कहता है एक हरि दे नाम तो बाजो अगे लईए खोए। जिन्ने तू कर्म करता सारे कर्म खोए जाएंगे जे तेरे जीवन में नाम नहीं। अगे लईए खोए लियो विसाख गुचना प्रभु अपना कोए प्रीतम चरनी जो लगे जिसकी निर्मल सोए। एक गल ये भी ध्यान रखियो जेरे प्रीतम दे चरना नाल जुड़ जांदे ने उन्हां दी वडियाई निर्मल हुंदी है। देखो वडियाई ते बदमाश दी भी बड़ी है, बड़ी शोभा ते बदमाश दी भी बड़ी है, शोभा चोर दी भी बड़ी है। प्रशासन की शोभा शोभा विच अंतर है। इत्थे निर्मल शोभा की गल कीती जिनकी निर्मल सोए प्रीतम चरनी जो लगे जिनकी निर्मल सोए। महाराज जी कहते ने उन्हां दा विसाख दा महीना भाई सफल हो गया। जिहड़े परमात्मा जिन्हां नूं परमात्मा परमेश्वर वाहिगुरू दे चरनां नाल जुड़ गए, जिन्हां नूं परमात्मा परमेश्वर अकाल पुरख वाहिगुरू दी चरण ते शरण मिल गई, साध संगत जी शरण मिल गई, अकाल पुरख दी गुरु दी शरण मिल गई, उन्हां दा साध संगत जी सफल हो गया, जीवन सफल हो गया। धन गुरु गोबिंद सिंह महाराज सच्चे पातशाह जी दमदमा साहिब की पावन पवित्र धरती ते साबो की तलवंडी विखे गुरु गरीबनाथ सतगुरु जी ने जदों साध संगत जी संपूर्णताई कीती ना गुरबाणी दी बाबा दीप सिंह ते भाई मणि सिंह जी दे सहयोग नाल ते उस वेले धन गुरु गोबिंद सिंह महाराज सच्चे पातशाह जी ने संपूर्णताई करके हुक्मनामा साहिब लिया सी ते सतगुरु आयो शरण तुहारी मिले सूरत नाम हर शोभा चिंता लाहे हमारी। उस दिन भी विसाखी का दिहाड़ा सी। याद रखियो ये विसाखी का दिहाड़ा साथ नहीं साडे विच बड़ा बड़ा मोड़ लैके आया है, नवीनता लियांदी है। वैसाख भला साखा वेश करे। महाराज सच्चे पातशाह धन गुरु नानक पातशाह जी कहंदे ने भाई ये विसाख का महीना भला है, कहंदे ने साखा वेश करे। कहते ने देखो इस महीने में साखा फुटदियां ने, सास जिमीदार खुश होंदा है, मजदूर खुश होंदा है, व्यापारी खुश होंदा है। हुण देखो जदों विचार करदे आ विचारां विचों विचारां निकलदियां ने। महाराज सच्चे पातशाह जी ने साखा वेश करे। सास जी गुरु साहिब सच्चे पातशाह जी ने कृपा कीती कि जीवन सिख दे जीवन विचों नफरत कढ के खोट कढ के ईर्खा कढ के दुविधा कढ के इहदे अंदर प्रेम पैदा कीता, एक ऐसा विराग पैदा कीता, प्यार पैदा कीता कि जिवें सास जी साखां निकलदियां ने, जिवें एक नवीन सास जी साखां निकलदियां ने बूटे दे विचों दरख्त दे विचों ते बड़ियां सोहणियां लगदियां ने। महाराज सच्चे पातशाह जी कहंदे ने सिख दे जीवन विच भी इदां मोड़ आउंदा है भाई जदों गुरु वाल कोई तुरदा है, परमेश्वर वाल कोई साखा वेश करे। सो महाराज सच्चे पातशाह जी कृपा करन। इतिहास बड़ा बड़ा है, लंबा है, चौड़ा है। गुरु का लंगर तैयार है, साध संगत जी आओ सारी संगतां ने लंगर छक के जाना है। पर आपां दी बड़ी थोड़ी जी काली जी क्योंकि ये समा सानू उदों ही मिलता है जदों साध संगत जी काली जी आपां करनी हुंदी है, क्योंकि अंदरों प्रसाद वरतन लग जाता है, लंगर चलण लग पैंदा, ध्यान सारा साडा उधर हो जाता, मेरा अपना हो जाता, मैं तुहानूं नहीं करना, मेरा खुद दा हो जाता। इस करके जितनी देर तक टका नहीं बनता उतनी देर तक साध संगत जी याद रखियो शब्द का रस नहीं होता, नाम का रस नहीं होता। नाम का रस शब्द का रस उदों आवेगा जदों साध संगत जी एक ही बैठ जावांगे। सो आओ महाराज सच्चे पातशाह रहमत करने आपां गुरु चरनां नाल जुड़ीए। इक्को वारी आपां साध संगत शब्द पढ़ के आपां समाप्ति कर देनी है, कोई भी रसना मांझी ना रहे। सारे ने मिल के साध संगत जी बोलना अमृत नाम निदान है, अमृत नाम निदान है, मिल पीवो पाई अमृत नाम निदान है, मिल पीवो पाई अमृत नाम निदान है, मिल मिल के सारे अमृत पीवो मिल के। असीं कहते हैं भी ग्रंथी नूं लोड़ है अमृत पीण दी, सानूं लोड़ नहीं। कल्ले ग्रंथी नूं लोड़ है अमृत पीण दी, सानूं कोई लोड़ नहीं अमृत पीण दी। कल्ला ग्रंथी चौर साहिब करदा है, गुरु साहिब सच्चे पातशाह दे प्रकाश करना तो कल्ला ग्रंथी चौर करदा है।
महीने वाले दिन इकट्ठे हो जाया करिए कि प्रसाद भी बनना है, इतने वरताउना भी है, साध संगत जी शब्द का लंगर भी चलता है। ये सानू साध संगत जी सोची नहीं, पर जे किते ग्रंथी की बीमारी की भी होनता ही होगी, सने जोड़े ग्रंथी से चढ़ जाना कि बाबा आ किवें हो गया, ये किवें हो गया। साध संगत जी भाई भाई ਆਪਾਂ ਜਿੱਥੇ ਇਹ ਗੱਲਾਂ ਕਰਦੇ ਆ, ਇਹਨਾਂ ਨੂੰ ਗੁਰਮਤ ਨੂੰ ਫੋਲੋ ਕਰੀਏ ਤਾਂ ਜੋ ਸੰਗਤ ਨੂੰ ਵੇਖ ਕੇ ਸਾਨੂੰ ਅਕਲ ਆਉਣੀ ਹੈ, ਤੁਹਾਨੂੰ ਵੇਖ ਕੇ ਸਾਨੂੰ ਅਕਲ ਆਉਣੀ ਹੈ, ਤੇ ਸਾਨੂੰ ਵੇਖ ਕੇ ਸਾਧ ਸੰਗਤ ਜੀ ਤੁਹਾਡੇ ਮਨ ਵਿੱਚ ਪਿਆਰ ਜਾਗਣਾ ਹੈ ਕਿ ਗੁਰੂ ਦਾ ਸਿੰਘ ਹੈ, ਬਾਣੀ ਪੜ੍ਹਦਾ ਪਿਆ। ਇਸ ਕਰਕੇ ਗੁਰੂ ਸਾਹਿਬ ਮਿਹਰ ਕਰਨ, ਰਹਿਮਤ ਕਰਨ। ਵਿਚਾਰ ਕਰਦੇ ਆ अनेकों भुल्लां साध संगत हो गई, होंदियां संगतां बख्शणयोग ने, गुरु साहब सच्चे पातशाह जी बख्शणयोग ने। आओ साध संगत गुरु चरणां दा ध्यान करिए, प्यार नाल सारे मिल के आखिए वाहिगुरू जी का खालसा वाहिगुरू जी की फतेह।